ਸੈਂਟਰਲ ਇੰਸਟੀਚਿਊਟ ਆਫ ਪੋਸਟ ਹਾਰਵੈਸਟ ਟੈਕਨੋਲੋਜੀ ਦਾ ਇਹ ਅਦਾਰਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਹੜੇ ਵਿੱਚ ਸੂਬੇ ਦੇ ਕਿਸਾਨਾਂ ਲਈ ਉਪਲਬਧ ਹੈ। ਇਸ ਅਦਾਰੇ ਰਾਹੀਂ ਕਿਸਾਨਾਂ ਦੀ ਉਪਜ ਤੋਂ ਵੱਖ-ਵੱਖ ਪਦਾਰਥ ਬਣਾਉਣ ਦੇ ਜਿੱਥੇ ਤਜਰਬੇ ਕੀਤੇ ਜਾਂਦੇ ਨੇ, ਉੱਥੇ ਕਿਸਾਨਾਂ ਅਤੇ ਖੇਤੀ ਪ੍ਰਸਾਰ ਮਾਹਿਰਾਂ ਦੀਆਂ ਸਿਖਲਾਈਆਂ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਅਦਾਰੇ ਵੱਲੋਂ ਵੱਖ-ਵੱਖ ਮਸ਼ੀਨਾਂ ਰਾਹੀਂ ਖੇਤੀ ਉਪਜ ਦੀ ਪ੍ਰੋਸੈਸਿੰਗ ਵਿੱਚ ਨਵੇਂ-ਨਵੇਂ ਰਾਹ ਸਥਾਪਿਤ ਕੀਤੇ ਜਾਂਦੇ ਨੇ। ਇਸ ਮਹੱਤਵਪੂਰਨ ਖੇਤੀ ਉਪਜ ਦੀ ਪ੍ਰੋਸੈਸਿੰਗ ਅਤੇ ਮੰਡੀਕਾਰੀ ਲਈ ਕਾਰਜ ਕਰ ਰਹੇ ਇਸ ਅਦਾਰੇ ਰਾਹੀਂ ਸਾਨੂੰ ਤਕਨੀਕੀ ਤੌਰ ਤੇ ਸਿਖਲਾਈ ਪ੍ਰਾਪਤ ਕਰਦੇ ਹੋਏ ਆਪਣੀ ਖੇਤੀ ਉਪਜ ਦੀ ਮੰਡੀਕਾਰੀ ਦਾ ਰਾਹ ਪੱਧਰਾ ਕਰਨ ਦੀ ਜ਼ਰੂਰਤ ਹੈ। ਮੈਂ ਡਾਕਟਰ ਰਣਜੀਤ ਸਿੰਘ, ਪ੍ਰਧਾਨ ਵਿਗਿਆਨੀ ICAR CIFET ਲੁਧਿਆਣਾ ਵਿੱਚ ਕੰਮ ਕਰਦਾ ਹਾਂ। ਅਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਦਾ ਕਿ ਜਿਹੜਾ CIFET ਹੈਗਾ ਹੈ ਉਹ ਭਾਰਤੀ ਕ੍ਰਿਸ਼ੀ ਅਨੁਸੰਧਾਨ ਪਰਿਸ਼ਦ ਨਵੀਂ ਦਿੱਲੀ ਤੋਂ ਵਿੱਚ ਆਉਂਦਾ ਹੈ ਅਤੇ ਉਹਦੇ ਅੰਤਰਗਤ ਇਹ ਕੰਮ ਕਰਦਾ ਹੈ। ਸਾਡਾ ਜਿਹੜਾ ਮੇਨ ਕੰਮ ਹੈਗਾ ਹੈ ਉਹ ਕਟਾਈ ਤੋਂ ਬਾਅਦ ਪ੍ਰੋਸੈਸਿੰਗ, ਵੈਲਿਊ ਐਡੀਸ਼ਨ ਅਤੇ ਉਹ ਤੋਂ ਕਰਕੇ ਅਤੇ ਡਿਫਰੈਂਟ ਵੈਲਿਊ ਐਡਿਡ ਪ੍ਰੋਡਕਟ ਬਣਾ ਕੇ ਉਹਨੂੰ ਕਿਸ ਤਰ੍ਹਾਂ ਪ੍ਰੋਡਕਟ ਨੂੰ ਤਿਆਰ ਕਰਨਾ ਹੈ ਉਹਦੇ ਬਾਰੇ ਕੰਮ ਕਰਦਾ ਹੈ। ਸਾਡੇ CIFET ਵਿੱਚ 5 ਡਿਵੀਜ਼ਨਸ ਹੈਗੇ ਨੇ ਜਿਹੜੇ ਕਿ ਵੱਖਰੇ ਖੇਤਰ ਵਿੱਚ ਕੰਮ ਕਰਦੇ ਨੇ। ਜਿਵੇਂ ਕਿ ਤੁਸੀਂ ਕਹਿ ਸਕਦੇ ਹੋ, ਪਹਿਲਾਂ ਜਿਵੇਂ ਇੱਕ ਡਿਵੀਜ਼ਨ ਹੈਗਾ ਹੈ ਜਿਹੜਾ ਆਇਲ ਸੀਡ ਪ੍ਰੋਸੈਸਿੰਗ ਦਾ ਹੈਗਾ ਹੈ, FGOP ਜਿਹਨੂੰ ਕਹਿੰਦੇ ਆ ਅਸੀਂ, ਜਿਹੜਾ ਕਿ ਅਨਾਜਾਂ ਤੇ ਤੇਲਾਂ ਦੇ ਉੱਪਰ ਕੰਮ ਕਰਦਾ ਹੈ। ਉਸ ਤੋਂ ਬਾਅਦ ਇਨਵਾਇਰਮੈਂਟਲ ਕੰਟਰੋਲ ਦਾ ਡਿਵੀਜ਼ਨ ਹੈਗਾ ਹੈ ਅਤੇ ਉਸ ਤੋਂ ਬਾਅਦ ਟੈਕਨੋਲੋਜੀ ਟਰਾਂਸਫਰ ਦਾ ਡਿਵੀਜ਼ਨ ਹੈਗਾ ਹੈ, ਜਿਹੜੇ ਕਿ ਸਾਡੀ ਟੈਕਨੋਲੋਜੀਜ਼ ਹੁੰਦੀਆਂ ਨੇ ਉਹਨੂੰ ਅਸੀਂ ਇੱਥੋਂ ਲੈਬ ਤੋਂ ਲੈਂਡ ਤੱਕ ਕਿਵੇਂ ਲਿਆਈਏ, ਲੈਬ ਤੋਂ ਫਾਰਮ ਤੱਕ ਕਿਵੇਂ ਲਿਆਈਏ, ਉਹਦੇ ਉੱਤੇ ਕੰਮ ਕਰਦਾ ਹੈਗਾ ਹੈ। ਅਤੇ ਉਹਦੇ ਨਾਲ ਸਾਡੇ ਕੋਲ ਹਾਰਟੀਕਲਚਰ ਕ੍ਰੌਪ ਪ੍ਰੋਸੈਸਿੰਗ ਦਾ ਵੀ ਇੱਕ ਡਿਵੀਜ਼ਨ ਹੈਗਾ ਜਿਹੜਾ ਕਿ ਅਬੋਹਰ ਵਿੱਚ ਹੈਗਾ ਹੈ। ਉਹ ਸਾਡਾ ਸਬ ਸੈਂਟਰ ਹੈਗਾ ਜਿਹੜਾ ਉੱਥੇ ਕੰਮ ਕਰਦਾ ਅਬੋਹਰ ਵਿੱਚ। ਅਤੇ ਉੱਥੇ ਫਲ ਏਵਮ ਸਬਜ਼ੀਆਂ ਦੇ ਬਾਰੇ ਪ੍ਰੋਸੈਸਿੰਗ ਅਤੇ ਵੈਲਿਊ ਐਡੀਸ਼ਨ ਦਾ ਕੰਮ ਉਹ ਅਬੋਹਰ 'ਚ ਹੁੰਦਾ ਹੈ। ਅਤੇ ਇੱਥੇ ਜਿਹੜਾ ਲੁਧਿਆਣੇ ਵਿੱਚ ਹੈਗਾ ਇੱਕ ਹੋਰ ਡਿਵੀਜ਼ਨ ਹੈਗਾ ਹੈ ਜਿਹੜਾ ਕਿ ਸੈਂਸਰ ਟੈਕਨੋਲੋਜੀ ਦੇ ਉੱਪਰ ਕੰਮ ਕਰਦਾ ਹੈਗਾ ਹੈ ਅਤੇ ਇਹ ਨਵਾਂ ਡਿਵੀਜ਼ਨ ਬਣਿਆ ਹੈ। ਤਾਂ ਇਸ ਤਰ੍ਹਾਂ ਅਸੀਂ ਓਵਰਆਲ ਕਹਿ ਸਕਦੇ ਹਾਂ ਕਿ ਅਸੀਂ ਫੂਡ ਪ੍ਰੋਸੈਸਿੰਗ ਨੂੰ ਲੈ ਕੇ ਅਤੇ ਕਿਵੇਂ ਅਸੀਂ ਵੈਲਿਊ ਐਡ ਕਰਕੇ ਅਤੇ ਪ੍ਰੋਸੈਸ ਕਰਕੇ ਅਤੇ ਪ੍ਰੋਡਕਟਸ ਨੂੰ ਮਾਰਕੀਟ ਵਿੱਚ ਲਾਂਚ ਕਰਨਾ ਹੈ ਅਤੇ ਉਹਦੇ ਉੱਪਰ ਅਸੀਂ ਰਿਸਰਚ ਵੀ ਕਰਦੇ ਹਾਂ। ਅਤੇ ਅਸੀਂ ਉਹਦੇ ਵਿੱਚ ਵੇਰੀਅਸ ਟੈਕਨੋਲੋਜੀਜ਼ ਹੈਗੀਆਂ ਨੇ ਸਾਡੀਆਂ, ਜਿਹੜਾ ਕਿ ਸਾਡੇ ਸਾਇੰਟਿਸਟ ਜਿਨ੍ਹਾਂ ਨੇ ਡਿਵੈਲਪ ਕੀਤੀਆਂ ਨੇ, ਉਹ ਟੈਕਨੋਲੋਜੀਜ਼ ਨੂੰ ਲੈ ਕੇ ਅਸੀਂ ਰਿਸਰਚ ਕਰਦੇ ਹਾਂ ਅਤੇ ਫਿਰ ਅਸੀਂ ਉਹਨਾਂ ਨੂੰ ਫਾਰਮਰਸ ਨੂੰ ਡਿਸਟਰੀਬਿਊਟ ਕਰਦੇ ਹਾਂ, ਦਿੰਦੇ ਹਾਂ ਅਤੇ ਉਹਦੀ ਲਾਇਸੈਂਸਿੰਗ ਵੀ ਕਰਦੇ ਹਾਂ। ਨਾਲ ਸਾਡੇ ਕੋਲ ਇੱਥੇ ਹੋਰ ਵੀ ਪ੍ਰੋਜੈਕਟਸ ਹੈਗਾ ਹੈ ਜਿਹੜਾ ਇੱਕ ਪਲਾਸਟਿਕ ਇੰਜੀਨੀਅਰਿੰਗ ਟੈਕਨੋਲੋਜੀ ਦੇ ਉੱਪਰ ਵੀ ਕੰਮ ਕਰਦਾ ਹੈ ਅਤੇ ਉਹਦੇ ਨਾਲ ਇੱਕ ਸਾਡਾ AICRP ਦਾ ਵੀ ਪ੍ਰੋਜੈਕਟ ਹੈਗਾ ਜਿਹੜਾ ਕਿ ਆਲ ਓਵਰ ਇੰਡੀਆ ਵਿੱਚ ਵੇਰੀਅਸ ਸੈਂਟਰ 'ਤੇ ਕੰਮ ਕਰਦਾ ਹੈ। ਇਹਦੇ ਨਾਲ ਫਰੈਂਡਸ ਸਾਡੇ ਕੋਲ ਹੋਰ ਵੀ ਸੁਵਿਧਾਵਾਂ ਹੈਗੀਆਂ ਨੇ। ਸਾਡੇ ਕੋਲ ਵਰਕਸ਼ਾਪ ਹੈਗਾ ਹੈ, ਸਾਡੇ ਕੋਲ ਪਾਇਲਟ ਪਲਾਂਟਸ ਹੈਗੇ ਆ, ਸਾਡੇ ਕੋਲ ਐਗਰੋ ਪ੍ਰੋਸੈਸਿੰਗ ਸੈਂਟਰ ਹੈਗਾ ਹੈ ਅਤੇ ਸਾਡੇ ਕੋਲ ਮਖਾਨਾ ਪ੍ਰੋਸੈਸਿੰਗ ਦਾ ਵੀ ਬਹੁਤ ਵਧੀਆ ਕੰਮ ਹੈਗਾ ਹੈ, ਉਹ ਵੀ ਚੱਲਦਾ ਹੈ ਇੱਥੇ। ਅਤੇ ਅਸੀਂ ਉਹਦੇ 'ਤੇ ਰਿਸਰਚ ਕਰਦੇ ਹਾਂ ਅਤੇ ਅਸੀਂ ਸਾਰੇ ਕੋਮੋਡਿਟੀਜ਼ ਨੂੰ ਲੈ ਕੇ ਅਸੀਂ ਕੰਮ ਕਰਦੇ ਹਾਂ ਅਤੇ ਉਹਦੇ ਉੱਪਰ ਰਿਸਰਚ ਕਰਦੇ ਹਾਂ ਅਤੇ ਅਸੀਂ ਉਹ ਟੈਕਨੋਲੋਜੀਜ਼ ਨੂੰ ਟਰਾਂਸਫਰ ਕਰਦੇ ਹਾਂ। ਫਰੈਂਡਸ, ਇਹਦੇ ਨਾਲ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਹੈ ਕਿ ਸਾਡੇ ਕੋਲ ਐਗਰੀ ਇਨਕਿਊਬੇਸ਼ਨ ਸੈਂਟਰ ਦੀ ਵੀ ਸੁਵਿਧਾਵਾਂ ਹੈਗੀਆਂ ਨੇ। ਜਿਹੜਾ ਵੀ ਕੋਈ ਵੀ ਉਦਮੀ ਜਿਹੜਾ ਕੋਈ ਆਪਣਾ ਖੁਦ ਦਾ ਉਦਯੋਗ ਧੰਦਾ ਲਾਉਣਾ ਚਾਹੁੰਦਾ ਹੈ, ਉਹਨੂੰ ਲੱਗਦਾ ਹੈ ਵੀ ਮੇਰੇ ਕੋਲ ਇਹ ਸਕਿੱਲ ਹੈਗੀਆਂ ਨੇ ਅਤੇ ਮੈਂ ਇਹ ਫੂਡ ਬੇਸਡ ਪ੍ਰੋਸੈਸਿੰਗ ਦੇ ਆਧਾਰਿਤ ਕੋਈ ਕੰਮ ਧੰਦਾ ਮੈਂ ਕਰਨਾ ਚਾਹੁੰਦਾ ਹੈ, ਤਾਂ ਉਹ ਸਾਡੇ ਕੋਲ ਆ ਸਕਦਾ ਹੈ। ਸਾਡੇ ਕੋਲ ਪਾਇਲਟਸ ਪਲਾਂਟਸ ਹੈਗੇ ਆ, ਕੁਛ ਨੋਮੀਨਲ ਚਾਰਜਸ ਫਿਕਸ ਕੀਤੇ ਹੋਏ ਆ, ਉਹ ਨੋਮੀਨਲ ਚਾਰਜ ਦੇ ਕੇ ਅਤੇ ਆਪਣਾ ਸਮਾਨ ਜਿਹੜਾ ਰॉ ਮਟੀਰੀਅਲ ਲਿਆ ਕੇ ਇੱਥੇ ਪ੍ਰੋਡਕਟ ਤਿਆਰ ਕਰਕੇ ਅਤੇ ਇੱਥੋਂ ਹੀ ਆਪਣਾ ਬਿਜ਼ਨਸ ਆਪਰੇਟ ਕਰ ਸਕਦਾ ਹੈ। ਤਾਂ ਇਹ ਵੀ ਸੁਵਿਧਾਵਾਂ ਇੱਥੇ ICAR CIFET ਲੁਧਿਆਣਾ ਵਿੱਚ ਦਿੱਤੀਆਂ ਗਈਆਂ ਨੇ। ਅਤੇ ਕਿਸਾਨ ਵੀਰੋ, ਇਹ ਤੁਹਾਡੇ ਲਈ ਬਹੁਤ ਹੀ ਲਾਹੇਵੰਦ ਟੈਕਨੋਲੋਜੀਜ਼ ਹੈਗੀਆਂ ਨੇ। ਤੁਸੀਂ ਇਸ ਟੈਕਨੋਲੋਜੀਜ਼ ਨੂੰ ਲੈ ਕੇ ਅਤੇ ਤੁਸੀਂ ਆਪਣਾ ਖੁਦ ਦਾ ਉਦਯੋਗ ਧੰਦਾ ਸਥਾਪਿਤ ਕਰ ਸਕਦੇ ਹੋ ਅਤੇ ਆਪਣੀ ਵੈਲਿਊ ਐਡੀਸ਼ਨ ਕਰਕੇ ਅਤੇ ਆਪਣਾ ਰੋਜ਼ਗਾਰ ਦਾ ਧੰਦਾ ਵੀ ਬਣਾ ਕੇ ਇੱਕ ਲਾਹੇਵੰਦ ਧੰਦਾ ਸਟਾਰਟ ਕਰ ਸਕਦੇ ਹੋ। ਕਿਸਾਨ ਵੀਰੋ, ਮੈਂ ਤੁਹਾਨੂੰ ਦੱਸਦਾ ਕਿ ਇਸ ICAR CIFET ਲੁਧਿਆਣਾ ਵਿੱਚ ਜਿਹੜਾ ਸਾਡਾ ਇੱਕ ਐਗਰੋ ਪ੍ਰੋਸੈਸਿੰਗ ਸੈਂਟਰ ਹੈਗਾ ਹੈ ਜਿਹੜਾ ਕਿ ਪ੍ਰਾਇਮਰੀ ਪ੍ਰੋਸੈਸਿੰਗ ਦੇ ਉੱਪਰ ਕੰਮ ਕਰਦਾ ਹੈਗਾ। ਪ੍ਰਾਇਮਰੀ ਪ੍ਰੋਸੈਸਿੰਗ ਦੀ ਅਸੀਂ ਅਗਰ ਗੱਲ ਕਰੀਏ ਤਾਂ ਕਿਸ ਤਰ੍ਹਾਂ ਅਸੀਂ ਕਣਕ ਨੂੰ, ਝੋਨੇ ਨੂੰ ਅਤੇ ਹੋਰ ਵੀ ਜਿਹੜੇ ਸਾਡੇ ਐਗਰੀਕਲਚਰ ਕਮੋਡਿਟੀਜ਼ ਹੈਗੀਆਂ ਨੇ ਉਹਨੂੰ ਸਾਫ਼ ਕਰਨਾ ਹੈ, ਸਾਫ਼ ਸਫਾਈ ਕਰਨੀ ਹੈ, ਉਹਦੀ ਗ੍ਰੇਡਿੰਗ ਕਰਨੀ ਆ ਅਤੇ ਉਹਨੂੰ ਗ੍ਰੇਡ ਕਰਕੇ ਅਤੇ ਉਹਦੇ ਬਾਅਦ ਫਿਰ ਅੱਗੇ ਜਾ ਕੇ ਉਹਨੂੰ ਪੀ ਕੇ ਅਤੇ ਅਸੀਂ ਕੋਈ ਪ੍ਰੋਡਕਟ ਤਿਆਰ ਕਰਨਾ ਹੈ। ਇਹ ਸਾਰੀ ਸੁਵਿਧਾਵਾਂ ਜਿਹੜੀਆਂ ਹੈਗੀਆਂ ਨੇ ਉਹ ਐਗਰੋ ਪ੍ਰੋਸੈਸਿੰਗ ਸੈਂਟਰ ਵਿੱਚ ਉਪਲਬਧ ਨੇ।
ਤਾਂ ਅਗਰ ਮੈਂ ਸਾਫ਼ ਸਫਾਈ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਕੋਲ ਕਲੀਨਰ ਹੈਗਾ ਹੈ, ਗ੍ਰੇਡਰ ਹੈਗਾ ਹੈ, ਸ਼ਾਰਟਰ ਹੈਗਾ ਹੈ, ਜਿਹੜਾ ਕਿ ਵੇਰੀਅਸ ਪ੍ਰਿੰਸੀਪਲ ਦੇ ਉੱਪਰ ਕੰਮ ਕਰਦਾ ਹੈ। ਸਾਈਜ਼ ਦੇ ਬੇਸ ਦੇ ਆਧਾਰਿਤ, ਹਵਾ ਦੇ ਆਧਾਰਿਤ ਡਿਫਰੈਂਟ ਗ੍ਰੇਡਾਂ ਵਿੱਚ ਉਹ ਕਣਕ ਨੂੰ ਸਾਫ਼ ਕਰਕੇ ਤੇ ਉਹਦੀ ਗ੍ਰੇਡਿੰਗ ਕਰਕੇ ਤੇ ਡਿਫਰੈਂਟ ਸਾਈਜ਼ਾਂ ਵਿੱਚ ਉਹਨੂੰ ਡਿਸਟਰੀਬਿਊਟ ਕਰ ਸਕਦਾ ਹੈ। ਤੇ ਇਹ ਇਸ ਤਰ੍ਹਾਂ ਦੀ ਟੈਕਨੋਲੋਜੀਜ਼ ਲੈ ਕੇ ਅਸੀਂ ਜਦ ਵੀ ਅਸੀਂ ਕਿਸਾਨ ਵੀਰ ਆਪਣਾ ਖੇਤੋਂ ਸਮਾਨ ਲਿਆਉਂਦੇ ਹਾਂ ਤਾਂ ਉਹਦੇ ਵਿੱਚ ਬਹੁਤ ਗੰਦਗੀ ਹੁੰਦੀ ਆ, ਤਾਂ ਉਹ ਗੰਦਗੀ ਨੂੰ ਸਾਫ਼ ਕਰਨ ਲਈ ਸਾਡੇ ਕੋਲ ਕਲੀਨਰ, ਗ੍ਰੇਡਰ, ਸ਼ਾਰਟਰ ਜਿਹੜਾ ਕਿ ਇਲੈਕਟ੍ਰੀਕਲ ਆਪਰੇਟਡ ਵੀ ਹੈਗਾ ਹੈ ਤੇ ਮੈਨੂਅਲ ਵੀ ਹੈਗਾ ਹੈ ਤੇ ਪੈਡਲ ਆਪਰੇਟਡ ਵੀ ਹੈਗਾ ਹੈ। ਤਾਂ ਕੋਈ ਵੀ ਕਿਸਾਨ ਵੀਰ ਇਹ ਸਾਰੀ ਤਕਨੀਕ ਨੂੰ ਲੈ ਕੇ ਤੇ ਉਹ ਸਾਫ਼ ਸਫਾਈ ਕਰਕੇ ਤਾਂ ਉਹ ਉਸ ਤਰ੍ਹਾਂ ਦਾ ਕਰ ਸਕਦਾ ਹੈ। ਅਗਰ ਅਸੀਂ ਝੋਨੇ ਦੀ ਗੱਲ ਕਰੀਏ ਤਾਂ ਸਾਡੇ ਕੋਲ ਝੋਨਾ ਸਾਫ਼ ਕਰਨ ਦੀ ਮਸ਼ੀਨ ਵੀ ਹੈਗੀ ਆ, ਉਹਦੀ ਪੋਲਿਸ਼ਰ ਵੀ ਹੈਗਾ। ਕਿਸ ਤਰ੍ਹਾਂ ਅਸੀਂ ਪੋਲਿਸ਼ ਕਰਕੇ ਤੇ ਝੋਨੇ ਨੂੰ ਪੋਲਿਸ਼ ਕਰਕੇ ਉਹਨੂੰ ਛਿੱਲ ਕੇ ਤੇ ਉਹਦਾ ਵਧੀਆ ਤਰੀਕੇ ਨਾਲ ਪੋਲਿਸ਼ ਕਰਕੇ ਤੇ ਅਸੀਂ ਚੌਲ ਬਣਾ ਸਕਦੇ ਹਾਂ। ਅਗਰ ਅਸੀਂ ਕਣਕ ਦੀ ਗੱਲ ਕਰੀਏ ਤਾਂ ਕਣਕ ਨੂੰ ਕਿਵੇਂ ਸਾਫ਼ ਸਫਾਈ ਕਰਨੀ ਆ, ਉਹਦੀ ਗ੍ਰੇਡਿੰਗ ਕਿਵੇਂ ਕਰਨੀ ਆ, ਉਹ ਕਰਕੇ ਅਸੀਂ ਪੀ ਕੇ ਸਾਡੇ ਕੋਲ ਵੀਟ ਮਿਲ ਵੀ ਹੈਗਾ ਹੈ, ਬਰ ਮਿਲ ਵੀ ਹੈਗੇ ਨੇ, ਉਹ ਪਿਸਾਈ ਦੀ ਮਸ਼ੀਨ ਹੈਗੀ ਆ, ਉਹਦੇ ਵਿੱਚ ਤੁਸੀਂ ਪੀ ਕੇ ਤੇ ਉਹ ਵਧੀਆ ਆਟਾ ਤਿਆਰ ਕਰ ਸਕਦੇ ਹੋ ਤੇ ਆਟਾ ਤਿਆਰ ਕਰਕੇ ਤੁਸੀਂ ਮਾਰਕੀਟ ਵਿੱਚ ਵੇਚ ਸਕਦੇ ਹੋ। ਅਗਰ ਅਸੀਂ ਤੇਲ ਦੀ ਗੱਲ ਕਰੀਏ ਤਾਂ ਤੁਸੀਂ ਆਇਲ ਸੀਡ ਦੇ ਪਿੱਛੇ ਤੁਸੀਂ ਮਸ਼ੀਨ ਦੇਖ ਸਕਦੇ ਹੋ ਵੀ ਆਇਲ ਮਿਲ ਹੈਗਾ ਹੈ। ਇਹ ਆਇਲ ਮਿਲ ਵੀ ਬਹੁਤ ਵਧੀਆ ਹੈ। ਇਹਦੇ ਵਿੱਚ ਤੁਸੀਂ ਤਿਲਹਨ ਦੇ ਪ੍ਰੋਡਕਟ ਜਿਵੇਂ ਕਿ ਸਰੋਂ ਹੋ ਗਿਆ, ਇਹ ਪਾ ਕੇ ਤੇ ਤੁਸੀਂ ਸਰੋਂ ਦਾ ਤੇਲ ਵੀ ਕੱਢ ਸਕਦੇ ਹੋ। ਇਹ ਤੇਲ ਕੱਢ ਕੇ ਤੇ ਤੁਸੀਂ ਉਹਨੂੰ ਸਾਫ਼ ਕਰਕੇ ਫਿਲਟਰ ਕਰਕੇ, ਫਿਲਟਰ ਪ੍ਰੈਸ ਵੀ ਲੱਗੇ ਹੋਏ ਨੇ, ਇਹ ਪ੍ਰੈਸ ਨਾਲ ਤੁਸੀਂ ਸਾਫ਼ ਕਰਕੇ ਤੇ ਉਹਨੂੰ ਅੱਗੇ ਵੀ ਵੇਚ ਸਕਦੇ ਹੋ। ਅਗਰ ਅਸੀਂ ਦਾਲਾਂ ਦੀ ਗੱਲ ਕਰੀਏ ਤਾਂ ਤੁਸੀਂ ਦਾਲ ਵੀ ਬਣਾ ਸਕਦੇ ਹੋ। ਸਾਡੇ ਕੋਲ ਬਹੁਤ ਵਧੀਆ ਦਾਲ ਦੀ ਮਸ਼ੀਨਾਂ ਵੀ ਹੈਗੀਆਂ ਨੇ। ਇਹ ਦਾਲ ਮਿਲ ਬਹੁਤ ਹੀ ਵਧੀਆ ਨੇ। ਇਹਦੀ ਕੈਪੈਸਿਟੀ 100 to 200 kg ਪਰ ਆਵਰ ਦੀ ਹੁੰਦੀ ਆ ਅਤੇ ਲਾਗਤ ਵੀ ਬਹੁਤ ਘੱਟ ਹੁੰਦੀ ਆ। 50,000 ਤੋਂ ਲੱਖ ਰੁਪਈਏ ਦੇ ਵਿੱਚ ਤੁਸੀਂ ਆਹ ਮਸ਼ੀਨ ਖਰੀਦ ਸਕਦੇ ਹੋ ਅਤੇ ਦਾਲ ਨੂੰ 2 ਫਾੜ ਕਰਕੇ ਤੁਸੀਂ ਸਾਫ਼ ਸਫਾਈ ਕਰਕੇ ਤੇ ਪ੍ਰੀ ਟਰੀਟਮੈਂਟ ਕਰਕੇ ਤੇ ਤੁਸੀਂ ਦਾਲ ਵੀ ਬਣਾ ਸਕਦੇ ਹੋ। ਵਧੀਆ ਗ੍ਰੇਡ ਦੀ ਦਾਲ ਤੁਸੀਂ ਪੈਕ ਕਰਕੇ ਮਾਰਕੀਟ ਵਿੱਚ ਵੇਚ ਸਕਦੇ ਹੋ। ਫਰੈਂਡਸ, ਅਗਰ ਅਸੀਂ ਮਸਾਲੇ ਦੀ ਗੱਲ ਕਰੀਏ ਤਾਂ ਸਾਡੇ ਕੋਲ ਮਸਾਲਾ ਪੀਣ ਦੀ ਵੀ ਬਹੁਤ ਵਧੀਆ ਪਲਵਰਾਈਜ਼ਰਸ ਹੈਗੇ ਨੇ। ਇਸ ਪਲਵਰਾਈਜ਼ਰ ਨੂੰ ਲੈ ਕੇ ਤੁਸੀਂ ਹਲਦੀ ਦੀ ਪਿਸਾਈ ਵੀ ਕਰ ਸਕਦੇ ਹੋ। ਕੋਈ ਵੀ ਸਪਾਈਸਿਸ ਜਿਹੜਾ ਤੁਸੀਂ ਪੀਸਣਾ ਚਾਹੁੰਦੇ ਹੋ ਤੁਸੀਂ ਪੀ ਕੇ ਤੇ ਵਧੀਆ ਗ੍ਰੇਡਿੰਗ ਉਹਦੀ ਪੈਕੇਜਿੰਗ ਕਰਕੇ ਤੇ ਤੁਸੀਂ ਉਹਨੂੰ ਵੇਚ ਸਕਦੇ ਹੋ। ਨਾਲ ਹੀ ਨਾਲ ਸਾਡੇ ਕੋਲ ਕ੍ਰਾਇਓਜੈਨਿਕ ਗ੍ਰਾਈਂਡਿੰਗ ਦੀ ਟੈਕਨੋਲੋਜੀਜ਼ ਵੀ ਹੈਗੀਆਂ ਨੇ। ਇਹ -80 ਡਿਗਰੀ ਟੈਂਪਰੇਚਰ 'ਤੇ ਕੰਮ ਕਰਦੀਆਂ ਨੇ, ਜਿਹਦੇ ਵਿੱਚ ਉਹਦੀ ਵੋਲਾਟਾਈਲਸ ਜਿਹੜੇ ਹੁੰਦੇ ਨੇ ਉਹ ਰਿਟੇਨ ਹੁੰਦੇ ਨੇ, ਜਿਹੜੇ ਐਸੈਂਸ਼ੀਅਲ ਆਇਲਸ ਹੁੰਦੇ ਨੇ ਉਹ ਵੀ ਰਿਟੇਨ ਹੁੰਦੇ ਨੇ ਅਤੇ ਹਾਈ ਕੁਆਲਿਟੀ ਦਾ ਜਿਹੜਾ ਕ੍ਰਾਇਓਜੈਨਿਕ ਗ੍ਰਾਈਂਡਿੰਗ ਨਾਲ ਜਿਹੜਾ ਬਣਿਆ ਹੁੰਦਾ ਹੈ ਮਸਾਲਾ ਉਹ ਬਹੁਤ ਹਾਈ ਕੁਆਲਿਟੀ ਦਾ ਹੁੰਦਾ ਹੈ ਅਤੇ ਉਹਦੀ ਮਾਰਕੀਟ ਵੈਲਿਊ ਵੀ ਬਹੁਤ ਹਾਈ ਹੁੰਦੀ ਹੈ। ਮੈਂ ਡਾਕਟਰ ਦੀਪਿਕਾ ਗੋਸਵਾਮੀ, ਵਿਗਿਆਨਿਕ, ਇਹ ICAR ਸਿਫਟ ਦੇ ਵਿੱਚ ਇਹ ਸਾਡੀ ਐਕਸਟਰੂਜਨ ਕੁਕਿੰਗ ਮਸ਼ੀਨ ਹੈਗੀ। ਆਹ ਹੈਗਾ ਸਾਡਾ ਟਵਿਨ ਸਕਰੂ ਐਕਸਟਰੂਡਰ। ਇਹਦੀ ਕੈਪੈਸਿਟੀ ਹੈ ਵੀ 10 kg ਪਰ ਆਵਰ। ਇਹਦੀ ਕੋਸਟ ਹੈਗੀ 20 ਲੱਖ ਦੀ। ਇਹ ਮਸ਼ੀਨ ਜਿਹੜੀ ਹੈਗੀ ਇਹਦੇ ਵਿੱਚ ਆਪਾਂ ਕੀ ਕਰਦੇ ਹਨ ਕਿ ਜੋ ਸਾਡਾ ਸਟਾਰਚ ਬੇਸਡ ਮਟੀਰੀਅਲ ਹੁੰਦਾ ਵਾ, ਜਿਵੇਂ ਹੁੰਦੀ ਹੈ ਮੱਕੀ ਹੁੰਦੀ ਹੈ, ਅਤੇ ਅਸੀਂ ਉਹਦੇ ਵਿੱਚ ਥੋੜ੍ਹਾ ਸਾ ਮੋਇਸਚਰ ਪਾ ਕੇ ਉਹਨੂੰ ਥੋੜ੍ਹਾ ਕੰਡੀਸ਼ਨ ਕਰਕੇ ਇਹਦੇ ਵਿੱਚ ਪਾਉਂਦੇ ਹਾਂ ਫੀਡਰ ਦੇ ਵਿੱਚ। ਅਤੇ ਇੱਥੇ ਬੈਰਲ ਹੈਗਾ, ਇੱਥੇ ਹਾਈ ਟੈਂਪਰੇਚਰ ਅਤੇ ਸ਼ਾਰਟ ਟਾਈਮ ਦਾ ਟਰੀਟਮੈਂਟ ਹੈਗਾ ਅਤੇ ਉੱਚ ਤਾਪਮਾਨ, ਉੱਚ ਪ੍ਰੈਸ਼ਰ। ਇਹਦੇ ਵਿੱਚ ਸਾਡਾ ਮਟੀਰੀਅਲ ਦੁਬਾਰਾ ਉਹਦੀ ਸਟਰਕਚਰਲ ਚੇਂਜਿਸ ਹੁੰਦੀਆਂ। ਇਹਦੇ ਵਿੱਚ ਇਹ ਮਟੀਰੀਅਲ ਬਾਹਰ ਨਿਕਲਦਾ ਵਾ, ਜਿਵੇਂ ਇਹ ਬਾਹਰ ਨਿਕਲਦਾ ਅਤੇ ਹਵਾ ਦੇ ਨਾਲ ਇਹ ਥੋੜ੍ਹਾ ਐਕਸਪੈਂਡ ਹੁੰਦਾ ਹੈ। ਐਕਸਪੈਂਡ ਹੋਣੇ ਤੋਂ ਬਾਅਦ ਸਾਨੂੰ ਐਕਸਟਰੂਡਡ ਪ੍ਰੋਡਕਟ ਪ੍ਰਾਪਤ ਹੁੰਦੇ ਹੈ। ਪਫਡ ਸਨੈਕਸ ਅਸੀਂ ਕਹਿ ਸਕਦੇ ਹਨ। ਤੋ ਉਹ ਮੱਕੀ ਦੇ ਜੋ ਇਹ ਐਕਸਟਰੂਡਡ ਪ੍ਰੋਡਕਟਸ ਹੁੰਦੇ ਹਨ ਇਹ ਸਿਹਤ ਲਈ ਬਹੁਤ ਬੜੀਆ ਹੁੰਦੇ ਹੈ। ਆਪਾਂ ਇੱਥੇ ਇਸ ਸੰਸਥਾਨ ਦੇ ਵਿੱਚ ਇਹਦੇ ਵਿੱਚ ਨਿਊਟਰੀ ਸੀਰੀਅਲ ਜਿਵੇਂ ਜਵਾਰ ਹੈਗਾ, ਬਾਜਰਾ, ਬਕਵੀਟ, ਫਰੂਟਸ ਐਂਡ ਵੈਜੀਟੇਬਲਸ ਹੋਣਗੇ ਜਿਵੇਂ ਆਪਣਾ ਬਨਾਨਾ, ਮੈਂਗੋ, ਕੈਰਟ, ਸਪਿਨਚ, ਬੀਟਰੂਟ। ਇਹਦਾ ਉਪਯੋਗ ਕਰਕੇ ਅਸੀਂ ਐਕਸਟਰੂਡਡ ਪ੍ਰੋਡਕਟ ਬਣਾਏ ਹਨ। ਇਹਨਾਂ ਦਾ ਐਨਾਲਿਸਿਸ ਵੀ ਅਸੀਂ ਕੀਤੀ ਹਨ, ਤਾਂ ਇਹ ਬਹੁਤ ਹੀ ਨਿਊਟ੍ਰੀਸ਼ੀਅਸ ਹੁੰਦੇ ਹਨ। ਖੇਤੀਬਾੜੀ ਦੇ ਖੇਤਰ ਵਿੱਚ ਵਿਭਿੰਨਤਾ ਦੇ ਨਾਲ-ਨਾਲ ਇਹ ਵੀ ਜ਼ਰੂਰੀ ਹੈ ਕਿ ਵਿਭਿੰਨਤਾ ਹੇਠ ਬੀਜੀਆਂ ਜਾਂਦੀਆਂ ਨਿਵੇਕਲੀਆਂ ਫਸਲਾਂ ਦੀ ਮੰਡੀਕਾਰੀ ਲਈ ਵੀ ਸੌਖਾ ਅਤੇ ਟਿਕਾਊ ਰਾਹ ਪੱਧਰਾ ਹੋ ਸਕੇ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਕਤ ਦੇਸ਼ ਵਿੱਚ 10% ਤੋਂ ਘੱਟ ਕੁੱਲ ਖੇਤੀ ਪੈਦਾਵਾਰ ਤੋਂ ਪਦਾਰਥ ਬਣਾਏ ਜਾ ਰਹੇ ਨੇ, ਜਦਕਿ ਇਸ ਖੇਤਰ ਵਿੱਚ ਮੰਗ ਦੀ ਗੱਲ ਕਰੀਏ ਤਾਂ ਇਹ ਗੱਲ ਸਪਸ਼ਟ ਹੈ
ਕਿ ਖੇਤੀ ਤੋਂ ਵੱਖ-ਵੱਖ ਪਦਾਰਥਾਂ ਦੀ ਮੰਗ ਵਿੱਚ ਦਿਨ-ਬ-ਦਿਨ ਵਾਧਾ ਹੋ ਰਿਹਾ ਹੈ। ਇਹਦੇ ਨਾਲ ਫਰੈਂਡਸ ਕਿਸਾਨ ਵੀਰੋ ਮੈਂ ਤੁਹਾਨੂੰ ਇਹ ਦੱਸਦਾ ਕਿ ਸਾਡੇ ਕੋਲ ਜਿਹੜਾ ਸੋਇਆਬੀਨ ਤੇ ਗਰਾਊਂਡ ਨਟ ਜਿਹੜਾ ਕਿ ਮੂੰਗਫਲੀ ਆ ਉਹਦਾ ਤੁਸੀਂ ਦੁੱਧ ਵੀ ਬਹੁਤ ਵਧੀਆ ਤਰੀਕੇ ਨਾਲ ਉਹਦੀ ਪ੍ਰੀ ਟ੍ਰੀਟਮੈਂਟ ਕਰਕੇ ਬਣਾ ਸਕਦੇ ਹੋ। ਇਹ ਟੈਕਨੋਲੋਜੀ ਵੀ ਸਾਡੇ ਕੋਲ ਉਪਲਬਧ ਨੇ। ਇਸ ਟੈਕਨੋਲੋਜੀ ਵਿੱਚ ਤੁਸੀਂ ਜਿਹੜੇ ਅਗਰ ਗਰਾਊਂਡ ਨਟ ਦੀ ਗੱਲ ਕਰੀਏ, ਮੂੰਗਫਲੀ ਦੀ ਗੱਲ ਕਰੀਏ ਤਾਂ ਤੁਹਾਨੂੰ ਉਹ ਮੂੰਗਫਲੀ ਨੂੰ 1 ਕਿਲੋ ਮੂੰਗਫਲੀ ਵਿੱਚ 6 ਲੀਟਰ ਪਾਣੀ ਪਾ ਕੇ ਤੇ ਉਹਨੂੰ ਓਵਰਨਾਈਟ ਸੋਕ ਕਰਕੇ ਤੇ ਉਹਦੀ ਪਿਸਾਈ ਕਰਕੇ ਪ੍ਰੀ ਟ੍ਰੀਟਮੈਂਟ ਕਰਕੇ ਕੁਕਿੰਗ ਕਰਕੇ ਤੇ ਡੀ-ਫਲੇਵਰ ਉਹਦੀ ਡੀਓਡਰਾਈਜ਼ ਕਰਕੇ ਤੇ ਬਹੁਤ ਵਧੀਆ ਦੁੱਧ ਵੀ ਤਿਆਰ ਹੋ ਜਾਂਦਾ ਹੈ। ਤੇ ਇਹ ਤਿਆਰ ਜੋ ਦੁੱਧ ਨੂੰ ਤੁਸੀਂ ਵੇਰੀਅਸ ਐਕਟੀਵਿਟੀਜ਼ ਵਿੱਚ ਯੂਜ਼ ਕਰ ਸਕਦੇ ਹੋ। ਤੁਸੀਂ ਉਹਦੀ ਲੱਸੀ ਬਣਾ ਸਕਦੇ ਹੋ, ਤੁਸੀਂ ਉਹਦੀ ਦਹੀਂ ਬਣਾ ਸਕਦੇ ਹੋ। ਅਸੀਂ ਬਹੁਤ ਵਧੀਆ ਕੁਆਲਿਟੀ ਦਾ ਪਨੀਰ ਵੀ ਤਿਆਰ ਹੁੰਦਾ ਹੈ ਤੇ ਤੁਸੀਂ ਉਹ ਵੀ ਤਿਆਰ ਕਰ ਸਕਦੇ ਹੋ। ਤੇ ਇਹ ਸਿਹਤ ਲਈ ਵੀ ਬਹੁਤ ਵਧੀਆ ਹੁੰਦਾ ਹੈ। ਅੱਜ ਕੱਲ੍ਹ ਜਿਵੇਂ ਅਸੀਂ ਗੱਲ ਕਰੀਏ ਤਾਂ ਵੈਗੀ ਫੂਡਸ ਦੀ ਗੱਲ ਹੁੰਦੀ ਹੈ ਮਾਰਕੀਟ ਵਿੱਚ, ਕਿਉਂਕਿ ਬਹੁਤ ਬੰਦਿਆਂ ਨੂੰ ਦੁੱਧ ਦੀ ਐਲਰਜੀ ਵੀ ਹੁੰਦੀ ਆ। ਤਾਂ ਡਾਕਟਰ ਉਹਨਾਂ ਨੂੰ ਕਹਿੰਦੇ ਨੇ ਵੀ ਤੁਸੀਂ ਦੁੱਧ ਨੂੰ ਛੱਡ ਕੇ ਤੁਸੀਂ ਹੋਰ ਕੋਈ ਪ੍ਰੋਡਕਟ ਲਓ। ਤਾਂ ਉਸ ਤਰ੍ਹਾਂ ਦੀ ਚੀਜ਼ਾਂ ਵਿੱਚ ਜਿਹਦੀ ਅਗਰ ਅਸੀਂ ਗੱਲ ਕਰੀਏ ਤਾਂ ਜਿਹੜਾ ਗਰਾਊਂਡ ਨਟ ਦਾ ਦੁੱਧ ਹੁੰਦਾ ਹੈ, ਮੂੰਗਫਲੀ ਦਾ ਦੁੱਧ ਹੁੰਦਾ ਹੈ, ਉਹ ਹਾਈ ਨਿਊਟ੍ਰੀਟਿਵ ਵੈਲਿਊਜ਼ ਹੁੰਦੀਆਂ ਨੇ ਉਹਦੇ ਵਿੱਚ, ਅਤੇ ਉਹਦੇ ਵਿੱਚ ਪ੍ਰੋਟੀਨ ਬਹੁਤ ਹਾਈ ਹੁੰਦਾ ਹੈ ਅਤੇ ਇਹ ਬਹੁਤ ਵਧੀਆ ਸਿਹਤ ਲਈ ਬਹੁਤ ਵਧੀਆ ਹੁੰਦਾ ਹੈ ਅਤੇ ਇਹਦੇ ਨਾਲ ਕੋਈ ਵੀ ਐਲਰਜੀਜ਼ ਵੀ ਨਹੀਂ ਹੁੰਦੀਆਂ ਨੇ। ਤਾਂ ਇਹ ਟੈਕਨੋਲੋਜੀਜ਼ ਵੀ ਸਾਡੇ ਕੋਲ ਉਪਲਬਧ ਨੇ। ਤੁਸੀਂ ਇਹ ਟੈਕਨੋਲੋਜੀ ਵੀ ਲੈ ਕੇ ਅਤੇ ਤੁਸੀਂ ਬਹੁਤ ਵਧੀਆ ਆਪਣਾ ਖੁਦ ਦਾ ਉਦਯੋਗ ਧੰਦਾ ਲਾ ਸਕਦੇ ਹੋ ਅਤੇ ਆਪਣਾ ਅੱਗੇ ਦਾ ਕੰਮ ਤੋਰ ਸਕਦੇ ਹੋ। ਫਰੈਂਡਸ, ਅਸੀਂ ਹੋਰ ਗੱਲ ਕਰੀਏ ਤਾਂ ਸਾਡੇ ਕੋਲ ਮਖਾਣਾ ਟੈਕਨੋਲੋਜੀਜ਼ ਵੀ ਹੈਗੀਆਂ ਨੇ। ਜਿਵੇਂ ਅੱਜ ਕੱਲ੍ਹ ਤੁਸੀਂ ਦੇਖਦੇ ਹੋ ਵੀ ਮਖਾਣਾ ਪ੍ਰੋਸੈਸਿੰਗ ਬਹੁਤ ਹੀ ਜ਼ਿਆਦਾ ਆਪਣੇ ਦੇਸ਼ ਵਿੱਚ ਚੱਲ ਰਿਹਾ, ਉਹਦੀ ਗੱਲ ਚਾਰੋਂ ਤਰਫ ਹੁੰਦੀ ਆ। ਇਹ ਵੀ ਬਹੁਤ ਨਿਊਟ੍ਰੀਟਿਵ ਪ੍ਰੋਡਕਟਸ ਹੈਗਾ। ਜਿਹਨੂੰ ਵੀ ਤੁਸੀਂ ਫਲੇਵਰਡ ਮਖਾਨਾ ਦੀ ਗੱਲ ਕਰੀਏ ਜਾਂ ਰॉ ਮਖਾਨਾ ਦੀ ਗੱਲ ਕਰੀਏ ਤਾਂ ਅਸੀਂ ਇਹ ਵੀ ਪ੍ਰੋਡਕਟ ਅਸੀਂ ਇੱਥੋਂ ਤਿਆਰ ਕਰਦੇ ਹਾਂ। ਸਾਡੇ ਕੋਲ ਕੰਪਲੀਟ ਪਾਇਲਟ ਪਲਾਂਟਸ ਹੈਗਾ ਹੈ ਅਤੇ ਤੁਸੀਂ ਕੋਈ ਵੀ ਕਿਸਾਨ ਵੀਰ ਆਪਣਾ ਜਿਹੜਾ ਮਖਾਣਾ ਸੀਡ ਲਿਆ ਕੇ ਅਤੇ ਇੱਥੇ ਪ੍ਰੋਸੈਸ ਕਰਕੇ ਮਖਾਣਾ ਬਣਾ ਕੇ ਅਤੇ ਬਾਜ਼ਾਰ ਵਿੱਚ ਵੇਚ ਸਕਦਾ ਹੈ। ਇਹ ਟੈਕਨੋਲੋਜੀ ਵੀ ਸਾਡੇ ਕੋਲ ਉਪਲਬਧ ਨੇ। ਅਤੇ ਹੋਰ ਪਾਇਲਟ ਪਲਾਂਟਸ ਦੀ ਗੱਲ ਕਰੀਏ ਤਾਂ ਸਾਡੇ ਕੋਲ ਵੱਡਾ ਰਾਈਸ ਮਿਲ ਵੀ ਹੈਗਾ ਹੈ ਅਤੇ ਸਾਡੇ ਕੋਲ ਐਨੀਮਲ ਫੀਡ ਬਣਾਉਣ ਦੀ ਵੀ ਬਹੁਤ ਵਧੀਆ ਟੈਕਨੋਲੋਜੀ ਹੈਗੀ ਹੈ ਅਤੇ ਵੱਡਾ ਪਾਇਲਟ ਪਲਾਂਟ ਐਨੀਮਲ ਫੀਡ ਲਈ ਵੀ ਹੈਗਾ ਹੈ। ਅਤੇ ਫਰੈਂਡਸ, ਤੁਸੀਂ ਆਹ ਟੈਕਨੋਲੋਜੀਜ਼ ਵੀ ਲੈ ਕੇ ਅਤੇ ਤੁਸੀਂ ਉੱਥੇ ਪ੍ਰੋਸੈਸ ਕਰਕੇ ਅਤੇ ਆਪਣੇ ਪ੍ਰੋਡਕਟ ਨੂੰ ਮਾਰਕੀਟ ਵਿੱਚ ਲਾਂਚ ਕਰ ਸਕਦੇ ਹੋ। ਹਾਰਟੀਕਲਚਰ ਕ੍ਰੌਪ ਪ੍ਰੋਸੈਸਿੰਗ ਦੀ ਬਾਰੇ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਬਹੁਤ ਸਾਰੇ ਵੈਲਿਊ ਐਡਡ ਪ੍ਰੋਡਕਟਸ ਹੁੰਦੇ ਨੇ। ਜਿਵੇਂ ਕਿ ਤੁਸੀਂ ਫਰੂਟ ਬਾਰ ਬਣਾ ਸਕਦੇ ਹੋ, ਜੈਮ ਬਣਾ ਸਕਦੇ ਹੋ, ਜੈਲੀ ਬਣਾ ਸਕਦੇ ਹੋ। ਅਮਰੂਦ ਦਾ ਗੁਆਵਾ ਦਾ ਜਿਹੜਾ ਹੁੰਦਾ ਹੈ ਉਹ ਬਹੁਤ ਵਧੀਆ ਫਰੂਟ ਬਾਰ ਬਣਦਾ ਹੈ, ਉਹ ਵੀ ਤੁਸੀਂ ਬਣਾ ਸਕਦੇ ਹੋ। ਅਤੇ ਇਸ ਤਰ੍ਹਾਂ ਦੇ ਇਨੋਵੇਟਿਵ ਪ੍ਰੋਡਕਟਸ ਤੁਸੀਂ ਜਿਵੇਂ ਕਿ ਕਿੰਨੂ ਦੀ ਪ੍ਰੋਸੈਸਿੰਗ ਕਰਨੀ ਹੈ, ਜਿਵੇਂ ਕਿ ਸਾਡਾ ਅਨਾਰ ਦੀ ਪ੍ਰੋਸੈਸਿੰਗ ਕਰਨੀ ਹੈ, ਜਿਵੇਂ ਕਿ ਅਮਰੂਦ ਹੈਗੇ ਆ ਸਾਡੇ ਕੋਲ, ਅਤੇ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਤੁਸੀਂ ਬਹੁਤ ਵਧੀਆ ਵੈਲਿਊ ਐਡਡ ਪ੍ਰੋਡਕਟ ਵੀ ਬਣਾ ਸਕਦੇ ਹੋ ਅਤੇ ਮਾਰਕੀਟ ਵਿੱਚ ਵੀ ਵੇਚ ਸਕਦੇ ਹੋ ਅਤੇ ਲਾਂਚ ਕਰ ਸਕਦੇ ਹੋ ਅਤੇ ਆਪਣਾ ਖੁਦ ਦਾ ਉਦਯੋਗ ਧੰਦਾ ਕਰਕੇ ਤੁਸੀਂ ਇਹਨੂੰ ਲਾਹੇਵੰਦ ਟੈਕਨੋਲੋਜੀ ਤੁਸੀਂ ਸਥਾਪਿਤ ਕਰ ਸਕਦੇ ਹੋ। ICAR CFET ਲੁਧਿਆਣਾ ਤੁਹਾਡੇ ਲਈ ਹਮੇਸ਼ਾ ਲਈ ਤਿਆਰ ਆ। ਇਹ ਦਰਵਾਜ਼ੇ ਤੁਹਾਡੇ ਲਈ ਹਮੇਸ਼ਾ ਲਈ ਖੁੱਲ੍ਹੇ ਨੇ। ਕੋਈ ਵੀ ਕਿਸਾਨ ਵੀਰ ਸਾਡਾ ਜਦ ਵੀ ਜੀ ਚਾਹੇ ਉਹ ਸਾਡੇ CFET ਵਿੱਚ ਆ ਸਕਦਾ ਹੈ, ਜਿਹੜਾ ਕਿ PIU ਕੈਂਪਸ ਦੇ ਬੈਕ ਸਾਈਡ 'ਤੇ ਹੈਗਾ ਹੈ ਅਤੇ ਇਹ ਸੈਂਟਰ ਦਾ ਅਦਾਰਾ ਹੈ। ਅਤੇ ਤੁਸੀਂ ਆਓ ਅਤੇ ਤੁਸੀਂ ਟ੍ਰੇਨਿੰਗ ਲਈ ਇੱਕ ਨੋਮੀਨਲ ਫੀ ਹੁੰਦੀ ਹੈ, ਤੁਸੀਂ ਨੋਮੀਨਲ ਫੀ ਅਸੀਂ ਤੁਹਾਡੇ ਤੋਂ ਲੈਂਦੇ ਹਾਂ। ਤੁਸੀਂ ਉਹ ਨੋਮੀਨਲ ਫੀ ਦੇ ਕੇ ਅਤੇ ਸਾਡੇ ਜਿਹੜੀ ਸੁਵਿਧਾਵਾਂ ਨੇ ਉਹਨੂੰ ਯੂਜ਼ ਕਰਕੇ ਅਤੇ ਆਪਣਾ ਉਦਯੋਗ ਧੰਦਾ ਖੁਦ ਦਾ ਸਥਾਪਿਤ ਕਰ ਸਕਦੇ ਹੋ। ਅਸੀਂ ਹੁਣ ਗੱਲ ਕਰਦੇ ਹਾਂ ਛੋਟੇ ਕਿਸਾਨਾਂ ਲਈ। ਤਾਂ ਤੁਸੀਂ ਜਾਣਦੇ ਹੋ ਵੀਰੋ, ਸਾਡੇ ਜਿਹੜੇ ਛੋਟੇ ਕਿਸਾਨ ਨੇ ਜਿਨ੍ਹਾਂ ਕੋਲ ਜ਼ਿਆਦਾ ਪੈੜੀ ਨਹੀਂ ਹੈਗੀ ਹੈ, ਉਹ ਆਪਣਾ ਖੁਦ ਦਾ ਵੀ ਉਦਯੋਗ ਧੰਦਾ ਛੋਟੇ ਸਤਰ 'ਤੇ ਸਥਾਪਿਤ ਕਰ ਸਕਦੇ ਨੇ। ਉਹਨਾਂ ਲਈ ਸਭ ਤੋਂ ਵਧੀਆ ਜਿਹੜਾ ਧੰਦਾ ਹੋਊਗਾ ਉਹ ਕਲੀਨਿੰਗ, ਗ੍ਰੇਡਿੰਗ, ਸ਼ਾਰਟਿੰਗ ਦਾ ਹੋਊਗਾ। ਜਿਹੜਾ ਉਪਜ ਤੁਸੀਂ ਆਪਣੇ ਪ੍ਰੋਡਕਸ਼ਨ ਕੈਚਮੈਂਟ ਵਿੱਚ ਕਰਦੇ ਹੋ ਜਾਂ ਤੁਹਾਡੇ ਖੇਤ ਵਿੱਚ ਜਿਹੜਾ ਵੀ ਉਪਜ ਹੁੰਦੀ ਆ, ਉਹਨੂੰ ਛੋਟੇ ਸਤਰ 'ਤੇ ਲੈ ਕੇ ਤੁਸੀਂ ਉੱਥੇ ਛੋਟੀਆਂ ਮਸ਼ੀਨਾਂ ਵੀ ਤੁਹਾਡੇ ਲਈ ਉਪਲਬਧ ਨੇ। ਤੁਸੀਂ ਸਾਡੇ ਕੋਲ ਆਓ, ਅਸੀਂ ਤੁਹਾਨੂੰ ਦੱਸਾਂਗੇ ਵੀ ਤੁਸੀਂ ਕਿਸੇ ਛੋਟੇ ਸਤਰ 'ਤੇ ਕਿਸ ਤਰ੍ਹਾਂ ਸੇ ਤੁਸੀਂ ਕਿਸੇ ਵੀ ਕਮੋਡਿਟੀਜ਼ ਨੂੰ ਲੈ ਕੇ, ਜਿਵੇਂ ਚੌਲ ਦੀ ਗੱਲ ਕਰੀਏ, ਝੋਨੇ ਦੀ ਗੱਲ ਕਰੀਏ, ਜਾਂ ਅਸੀਂ ਕਣਕ ਦੀ ਗੱਲ ਕਰੀਏ, ਜਾਂ ਹੋਰ ਵੀ ਕੋਈ ਤੁਹਾਡਾ ਪ੍ਰੋਡਕਟ ਹੈਗਾ ਹੈ, ਕਮੋਡਿਟੀ ਹੈਗੀ ਆ, ਤਾਂ ਉਹਨੂੰ ਕਿਸ ਤਰ੍ਹਾਂ ਛੋਟੇ ਸਤਰ 'ਤੇ ਪ੍ਰੋਸੈਸਿੰਗ ਕਰਨੀ ਆ, ਸਾਡੇ ਕੋਲ ਸਾਰਾ ਜਿਹੜਾ ਇਹ ਸੈਟਅਪ ਆਫ ਮਸ਼ੀਨਰੀਜ਼ ਹੈਗੀਆਂ ਨੇ। ਅਸੀਂ ਤੁਹਾਨੂੰ ਇੱਕ ਕੰਬੀਨੇਸ਼ਨ ਦੱਸਾਂਗੇ ਵੀ ਇਹ ਛੋਟੀ ਮਸ਼ੀਨਾਂ ਲੈ ਕੇ ਅਤੇ ਤੁਸੀਂ ਖੁਦ ਦਾ ਵੀ ਉਦਯੋਗ ਧੰਦਾ ਸਥਾਪਿਤ ਕਰ ਸਕਦੇ ਹੋ।
ਕਲੀਨਿੰਗ ਰੇਡਿੰਗ ਸ਼ਾਰਟਿੰਗ ਕਰਕੇ ਉਹਦੀ ਪੈਕੇਜਿੰਗ ਕਰਕੇ ਲੈਵਲਿੰਗ ਕਰਕੇ ਵੀ ਵੀਰੋ ਬਹੁਤ ਵਧੀਆ ਧੰਦਾ ਤੁਸੀਂ ਅਪਣਾ ਸਕਦੇ ਹੋ। ਕਿਸਾਨ ਹਾਟ ਦਾ ਕਨਸੈਪਟ ਵੀ ਹੈਗਾ ਹੈ, ਤੁਸੀਂ ਆਪਣਾ ਕਿਸਾਨ ਹਾਟ ਦਾ ਵੀ ਕਨਸੈਪਟ ਨੂੰ ਲੈ ਕੇ ਆਪਣੇ ਜਿੱਥੇ ਪ੍ਰੋਡਕਸ਼ਨ ਕੈਚਮੈਂਟ ਵਿੱਚ ਛੋਟੀ ਜਿਹੀ ਦੁਕਾਨ ਖੋਲ੍ਹ ਕੇ ਉੱਥੋਂ ਵੀ ਆਪਣਾ ਧੰਦਾ ਕਰ ਸਕਦੇ ਹੋ, ਜਾਂ ਔਨਲਾਈਨ ਵੀ ਤੁਸੀਂ ਆਪਣਾ ਧੰਦਾ ਕਰ ਸਕਦੇ ਹੋ। ਜਿਵੇਂ ਕਿ ਟੈਕਨੋਲੋਜੀਜ਼ ਵੱਧ ਰਹੀਆਂ ਨੇ, ਔਨਲਾਈਨ ਦੀ ਪੋਸੀਬਿਲਿਟੀਜ਼ ਵੀ ਵੱਧ ਰਹੀਆਂ ਨੇ, ਤੁਸੀਂ ਔਨਲਾਈਨ ਵੀ ਬਹੁਤ ਵਧੀਆ ਕੰਮ ਕਰ ਸਕਦੇ ਹੋ ਆਪਣੇ ਪ੍ਰੋਡਕਟ ਨੂੰ। ਲੇਕਿਨ ਇਹ ਹੈ ਕਿ ਬਹੁਤ ਵਧੀਆ ਸਰਟੀਫਾਈਡ ਕਰਕੇ FSSAI ਦੀ ਸਰਟੀਫਿਕੇਸ਼ਨਸ ਲੈ ਕੇ, ਐਗ ਮਾਰਕ ਲੈ ਕੇ, ਤੇ ਹੋਰ ਵੀ ਸਟੈਂਡਰਡ ਸੀਫਿਟ ਤੋਂ ਵੀ ਤੁਸੀਂ ਆਪਣੇ ਜਿਹੜੇ ਪ੍ਰੋਡਕਟਸ ਨੇ ਉਹਦੀ ਸਟੈਂਡਰਡਸ ਦੀ ਚੈਕਿੰਗ ਕਰਾ ਸਕਦੇ ਹੋ। ਕੁਆਲਿਟੀ ਕੰਟਰੋਲ ਸੇਫਟੀ ਦੇ ਬਾਰੇ ਤੁਸੀਂ ਅਗਰ ਕੋਈ ਤੁਹਾਡਾ ਇਸ਼ੂ ਹੈਗਾ ਤਾਂ ਤੁਸੀਂ ਸੀਫਿਟ ਨਾਲ ਵੀ ਕੰਟੈਕਟ ਕਰ ਸਕਦੇ ਹੋ। ਕਿਵੇਂ ਪੈਕੇਜਿੰਗ ਕਰਨੀ ਹੈ, ਸਾਡੇ ਕੋਲ ਪੈਕੇਜਿੰਗ ਲੈਬ ਵੀ ਹੈਗੀਆਂ ਨੇ, ਤੁਸੀਂ ਪੈਕੇਜਿੰਗ ਲੈਬ ਤੋਂ ਵੀ ਸਾਡੇ ਤੋਂ ਹੈਲਪ ਲੈ ਕੇ ਤੇ ਆਪਣਾ ਖੁਦ ਦਾ ਪੈਕੇਜਿੰਗ ਲੈਬ ਕਰਕੇ ਪ੍ਰੋਡਕਟ ਕਮੋਡਿਟੀ ਨੂੰ ਪੈਕ ਕਰਕੇ ਤੇ ਤੁਸੀਂ ਮਾਰਕੀਟ ਵਿੱਚ ਵੇਚ ਸਕਦੇ ਹੋ। ਤਾਂ ਕਿਸਾਨ ਜਿਹੜੇ ਛੋਟੇ ਵੀਰ ਨੇ, ਸਾਡੇ ਛੋਟੇ ਕਿਸਾਨ ਨੇ, ਉਹ ਵੀ ਆਪਣਾ ਬਹੁਤ ਵਧੀਆ ਧੰਦਾ ਚਲਾ ਸਕਦੇ ਨੇ। ਬਸ ਇਹੀ ਹੈ ਕਿ ਉਹ ਸੀਫਿਟ ਨੂੰ ਕੰਟੈਕਟ ਕਰਨ, ਸਾਡੇ ਕੋਲ ਆਉਣ ਤੇ ਸਾਡੇ ਕੋਲ ਫੂਡ ਪ੍ਰੋਸੈਸਿੰਗ ਬਾਰੇ ਸਿੱਖਣ। ਮੈਂ ਡਾਕਟਰ ਮੰਜੂ ਬਾਲਾ, ਪ੍ਰਿੰਸੀਪਲ ਸਾਇੰਟਿਸਟ ICR ਸਿਫਿਟ ਲੁਧਿਆਣਾ, ਅੱਜ ਤੁਹਾਨੂੰ ਸਿਫਿਟ ਵਿਖੇ ਡਿਵੈਲਪਡ ਮਸਾਲਿਆਂ ਨੂੰ ਜਾਂਚ ਕਰਨ ਦੀ ਕਿੱਟ ਬਾਰੇ ਜਾਣਕਾਰੀ ਦੇਣਾ ਚਾਹੂੰਗੀ। ਅਸੀਂ ਸਿਫਿਟ ਵਿੱਚ ਇੱਕ ਮਸਾਲਿਆਂ ਨੂੰ ਜਾਂਚ ਕਰਨ ਦੇ ਲਈ ਕਿੱਟ ਤਿਆਰ ਕੀਤੀ ਹੈ, ਜਿਸ ਦੇ ਦੁਆਰਾ ਹਲਦੀ, ਮਿਰਚ, ਧਨੀਆ, ਕਾਲੀ ਮਿਰਚ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਮਿਲਾਵਟ ਦੀ ਜਾਂਚ ਕੀਤੀ ਜਾ ਸਕਦੀ ਹੈ। ਹਲਦੀ ਦੇ ਵਿੱਚ ਆਮ ਤੌਰ ਤੇ ਮੈਟਾਨਿਲ ਯੈਲੋ ਜਾਂ ਲੈਡ ਕ੍ਰੋਮੇਟ ਦੀ ਮਾਤਰਾ ਪਾਈ ਜਾਂਦੀ ਹੈ। ਇਸੇ ਹੀ ਤਰ੍ਹਾਂ ਮਿਰਚ ਦੇ ਅੰਦਰ ਰੋਡਾਮਿਨ ਡਾਈ, ਸੁਡਾਨ ਡਾਈ ਜੋ ਕਿ ਕਾਰਸੀਨੋਜੈਨਿਕ ਡਾਈਜ਼ ਹੈ ਵੀ ਮਿਲਾਈਆਂ ਜਾਂਦੀਆਂ ਹਨ। ਸਟਾਰਚ ਦੀ ਮਾਤਰਾ ਕਈ ਵਾਰ ਧਨੀਏ ਦੇ ਵਿੱਚ ਮਿਲਦੀ ਹੈ। ਇਸੇ ਤਰ੍ਹਾਂ ਕਾਲੀ ਮਿਰਚ ਦੇ ਵਿੱਚ ਪਪੀਤੇ ਦੇ ਬੀਜ ਪਾਏ ਜਾਂਦੇ ਹਨ। ਇਹਨਾਂ ਸਾਰੀਆਂ ਮਿਲਾਵਟਾਂ ਦੀ ਜਾਂਚ ਕਰਨ ਦੇ ਲਈ ਅਸੀਂ ਕੈਮੀਕਲ ਬੇਸ ਕਿੱਟ ਬਣਾਈ ਹੈ। ਇਹ ਬਹੁਤ ਹੀ ਆਸਾਨ ਕਿੱਟ ਹੈ। ਇਸ ਦੇ ਜ਼ਰੀਏ ਕੋਈ ਵੀ ਦਰਸ਼ਕ ਸਾਡੇ ਆਪਣੇ ਘਰ ਬੈਠੇ ਮਸਾਲਿਆਂ ਦੀ ਜਾਂਚ ਕਰ ਸਕਦੇ ਹਨ। ਇਸ ਦੇ ਲਈ ਕੁਝ ਵੀ ਨਹੀਂ ਕਰਨਾ, ਉਹਨਾਂ ਨੂੰ ਥੋੜਾ ਜਿਹਾ ਮਸਾਲਾ ਲੈਣਾ ਹੈ, ਉਹਦੇ ਵਿੱਚ ਦਿੱਤੀ ਗਈ ਮਾਤਰਾ ਦੇ ਅਨੁਸਾਰ ਜੋ ਵੀ ਕੈਮੀਕਲ ਅਸੀਂ ਦੱਸਿਆ ਹੋਇਆ ਹੈ ਉਸ ਦੀ ਥੋੜੀ ਜਿਹੀ ਮਾਤਰਾ ਪਾਣੀ ਹੈ। ਉਸ ਦੇ ਨਾਲ ਅਗਰ ਹਲਦੀ ਚੈੱਕ ਕਰ ਰਹੇ ਹਾਂ ਤਾਂ ਹਲਦੀ ਅਗਰ ਸ਼ੁੱਧ ਹੈ ਤਾਂ ਉਹਦਾ ਰੰਗ ਉਸੇ ਤਰ੍ਹਾਂ ਹੀ ਰਹੇਗਾ, ਪਰੰਤੂ ਜਿਵੇਂ ਹੀ ਅਗਰ ਉਹਦੇ ਵਿੱਚ ਮੈਟਾਨਿਲ ਯੈਲੋ ਦੀ ਮਿਲਾਵਟ ਹੈ ਤਾਂ ਉਹਦਾ ਰੰਗ ਲਾਲ ਹੋ ਜਾਏਗਾ, ਜਿਸ ਤੋਂ ਪਤਾ ਚੱਲੇਗਾ ਕਿ ਹਲਦੀ ਸਾਡੀ ਸਹੀ ਨਹੀਂ ਹੈ। ਇਸੇ ਤਰ੍ਹਾਂ ਮੈਂ ਦੱਸਣਾ ਚਾਹਾਂਗੀ, ਜੇ ਸਾਡੀ ਮਿਰਚ ਦੇ ਵਿੱਚ ਰੋਡਾਮਿਨ ਡਾਈ ਪਾਈ ਹੋਈ ਹੈ, ਜਿਵੇਂ ਹੀ ਅਸੀਂ ਇਹ ਕੈਮੀਕਲ ਪਾਉਂਦੇ ਹਾਂ ਤਾਂ ਉਸ ਦਾ ਰੰਗ ਗੁਲਾਬੀ ਹੋ ਜਾਂਦਾ ਹੈ, ਤਾਂ ਉਸ ਤੋਂ ਪਤਾ ਚੱਲਦਾ ਹੈ ਕਿ ਸਾਡੀ ਮਿਰਚ ਵੀ ਮਿਲਾਵਟੀ ਹੈ। ਇਸੇ ਤਰ੍ਹਾਂ ਅਸੀਂ ਧਨੀਏ ਦੀ ਜਾਂਚ ਕਰ ਸਕਦੇ ਹਾਂ, ਕਾਲੀ ਮਿਰਚ ਦੀ ਜਾਂਚ ਕਰ ਸਕਦੇ ਹਾਂ। ਤੇ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗੀ ਕਿ ਸਾਨੂੰ ਇਸ ਦੇ ਪ੍ਰਤੀ ਜਾਗਰੂਕ ਰਹਿਣਾ ਚਾਹੁੰਦੇ ਹਾਂ, ਕਿਉਂਕਿ ਜੋ ਮਸਾਲੇ ਅਸੀਂ ਆਪਣੀ ਸਿਹਤ ਨੂੰ ਅੱਛਾ ਕਰਨ ਦੇ ਲਈ ਡਾਲ ਰਹੇ ਸੀ ਸਬਜ਼ੀ ਵਿੱਚ ਜਾਂ ਉਹਨਾਂ ਦਾ ਵੈਸੇ ਉਪਯੋਗ ਕਰਦੇ ਹਾਂ, ਪਰੰਤੂ ਉਸ ਦੀ ਮਿਲਾਵਟ ਹੋਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਰਹਿੰਦਾ ਹੈ। ਉਸ ਤੋਂ ਬਚਣ ਦੇ ਲਈ ਜਾਗਰੂਕ ਹੋਣਾ ਬਹੁਤ ਹੀ ਜ਼ਰੂਰੀ ਹੈ। ਇਹ ਕਿੱਟ ਸਾਡੇ ਸਿਫਿਟ ਵਿਖੇ ਉਪਲਬਧ ਹੈ। ਕੋਈ ਵੀ अगर अपनी जांच करवाना चाहता है तो इस तो अपने कैमिकल जांच करवा सकते हैं, और कोई भी अगर जांच करवाना चाहता है तो सिफिट विके आके ये अपने मसाले जांच करवा सकता है। मैं डॉक्टर DN यादव, ICR सेंट्रल इंस्टीट्यूट ऑफ पोस्ट हार्वेस्ट इंजीनियरिंग एंड टेक्नोलॉजी विच प्रधान वैज्ञानिक एवं हेड ट्रांसफ़र ऑफ टेक्नोलॉजी डिवीज़न के तौर पर काम करता हूँ। किसान वीरों, तुसी जानते हो कि आज हमारा प्रोडक्शन जो है खास करके अनाजा दालों ਵਿੱਚ बहुत बढ़ गया है, और ਆਪਾਂ कोशिश कर रहे हैं कि कैसे किसानों की आमदनी को बढ़ा सकें। तो उसके बीच प्रोसेसिंग एक साधन हैगा जिसके अपना करके आप अपनी आमदनी को बढ़ा सकते हैं। तुसी जानते हो कि जितनी भी अनाजें हैगा, दाल हैगा, चाहे मक्की है, ज्वार है, बाजरा है, आप बिना प्रोसेसिंग किए बिना इसके कोई भी प्रोडक्ट्स नहीं खाते हैं। तो हम क्यों ना उसी प्रोसेसिंग को आप जो प्रोडक्शन कैचमेंट है जहाँ पर आप उसको प्रोड्यूस करते हैं वहीं पर प्रोड्यूस करके उसकी प्रोसेसिंग करके उसको मार्केट तक पहुँचा करके आमदनी को अपनी बढ़ाएं। तो उसी सोच रहे होगे कि आप की प्रोसेसिंग कर सकते हैं इतने बीच।
तो मैं तुम्हें दस दूं कि जितने ਜਿਹੜੇ भी जो प्रोडक्ट हैगा जिसे नमी की मात्रा घट है, जैसे तुसी आटा तो खुद ही बनाते होगे, तेल भी निकालते होगे ऑयल सीड से, दालां भी खाते हो और मल्टीग्रेन आटा भी खाते हो। तो हम ये करते तो हैगा इतने गांव बीच ही करते हैं, लेकिन उसका कभी हमने सोचा नहीं कि ऐसे जो प्रोडक्ट हैं इनको अपा मार्केट बीच बेचें। अपा एक चक्की लगा लेते हैं, एक तेल मिल लगा लेते हैं, एक अलग से दाल मिल होती है, उसको ही केवल उस गांव का ही जो ज़रूरत है उसको अपा पूरी करते हैं और मार्केट बीच नहीं बेचते हैं। तो एक एग्रो प्रोसेसिंग कॉम्प्लेक्स का कंसेप्ट आजकल बहुत तेज़ी से बढ़ रहा है और इसके बीच हम लोग जो सीफेट में किसानों को ट्रेनिंग देते हैं कि कैसे एग्रो प्रोसेसिंग लगाया जाए, जिसमें एक आटा चक्की भी हो, उते एक तेल मिल भी हो, उते एक छोटी दाल मिल भी हो और मसाले पीसने की जो छोटी छोटी मशीनें हैं वो भी हों। तो ये जो ज़रूरत की चीज़ें हैं आप उसको ही मशीनें छोटी छोटी लगा के और कुछ अलग अलग उत्पाद हैगा, प्रोडक्ट हैगा जिसमें नमी की मात्रा घटेगी, तो वो प्रोडक्ट बनाएं। जैसे आप आटा बनाते हैं उसी से सूजी भी निकलेगी, उस मल्टीग्रेन आटा बना सकते हैं। आप बहुत दिन से मल्टीग्रेन आटा खाते हैं तो उसमें थोड़ी सी सोयाबीन डाल ली, थोड़ी बाजरा डाल लिया, थोड़ा चना डाल लिया और उसको पीस करके अभी आजकल आप देख रहे हैं कि मार्केट में बहुत सारी MNCs बहुत पैसा कमा रही हैं मल्टीग्रेन आटा बेच करके। जो जड़ा टेक्नोलॉजी साडा हैगा गांव बिच बहुत पॉपुलर हैगा, तो वो टेक्नोलॉजी हम अगर मार्केट बिच पहुंचाएं तो आप प्योर फॉर्म में पहुंचाएंगे और उससे हम अपनी एक विश्वसनीयता हैगा जो कंज्यूमर बिच फार्मर की विश्वसनीयता बहुत हैगा। तो अगर वो सीधे फील्ड से मार्केट को आता है तो वो प्रोडक्ट्स की डिमांड बहुत ज़्यादा होगी। पहले बड़ी बड़ी मशीनें थी दालों की, छोटी मशीनें थी नहीं, लेकिन ICAR सीफेट और भी जो भारतीय कृषि अनुसंधान परिषद के बीच इंस्टीट्यूट्स हैगा तो पूरे देश बीच असी फैले हुए हैं और उत्थे छोटी छोटी बहुत सारी मशीनें बनी हैं। और जो सीफेट है यहाँ पर हम लोग किसानों का बहुत स्वागत करते हैं, उनको ट्रेनिंग देते हैं और अपा पूरी एक प्रकार से जो एग्रो प्रोसेसिंग कॉम्प्लेक्स लगाने की है उसकी एक DPR भी तैयार किया थे और वो भी शेयर करते हैं और पूरी टेक्निकल हेल्प लगाने से लेकर के उसके बाद तक जब तक वो चलता नहीं है तब तक उनकी जो है पूरी गाइडेंस करते हैं, उनकी मदद करते हैं। ਇੱਕ ਅੰਦਾਜ਼ੇ ਅਨੁਸਾਰ ਇਹੀ ਇਕੱਲਾ ਅਜਿਹਾ ਖੇਤਰ ਹੈ ਜਿਸ ਦੀ ਮੰਗ ਵਿੱਚ ਸਾਲਾਨਾ 11% ਦਾ ਵਾਧਾ ਹੋ ਰਿਹਾ ਹੈ। ਖੇਤੀ ਉਪਜ ਤੋਂ ਪਦਾਰਥ ਬਣਾਉਣਾ ਅਤੇ ਇਸ ਲੜੀ ਵਿੱਚ ਕਿਸਾਨਾਂ, ਪੇਂਡੂ ਵਸਨੀਕਾਂ, ਬੇਰੁਜ਼ਗਾਰ ਯੁਵਕਾਂ ਤੇ ਯੁਵਤੀਆਂ ਨੂੰ ਜੋੜਨ ਨਾਲ ਜਿੱਥੇ ਖੇਤੀ ਪੈਦਾਵਾਰ ਦੀ ਮੰਡੀਕਾਰੀ ਸੁਖਾਲੀ ਅਤੇ ਵਧੇਰੇ ਆਮਦਨ ਵਧਾਊ ਹੋ ਸਕਦੀ ਹੈ, ਉੱਥੇ ਰੋਜ਼ਗਾਰ ਦੇ ਵਸੀਲਿਆਂ ਵਿੱਚ ਵੀ ਖਾਸਾ ਵਾਧਾ ਹੋ ਸਕਦਾ ਹੈ।